ਸਤਿ ਸ਼੍ਰੀ ਅਕਾਲ। आज कोरोना अपडेट रोपड़ ਦੇ ਵਿੱਚ ਵਾਪਸ ਮੈਂ ਡਿਪਟੀ ਕਮਿਸ਼ਨਰ ਰੋਪੜ आपके साथ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਵੀ ਕੇਸਿਸ ਦੀ ਜਾਣਕਾਰੀ ਹੈਗੀ ਤੇ ਜੇ ਵਾਪਸ ਗਵਰਨमेंट की गाइडलाइंस ਹੈਗੀ ਉਹਨਾਂ ਦੇ ਸੰਬੰਧ ਦੇ ਵਿੱਚ ਇਸ ਦੇ ਵਿੱਚ मैं आपके साथ शेयर करना चाहती हूँ कि ਹੁਣ तक ਜਿਹੜੇ केसेस आए ने एक्टिव केसेस ਉਹ 243 हैं 243 ਹੈਗੇ ਪੂਰੇ ਡਿਸਟ੍ਰਿਕਟ ਦੇ ਵਿੱਚ ਜਿਸ ਦੇ ਵਿੱਚ ਜੇਕਰ L1 L2 L3 ਦੀ ਗੱਲ ਕਰੀਏ ਤੇ ਟੋਟਲ ਕੇਸਿਸ L3 5 ਨੇ ਤੇ L GMCS ਸੈਕਟਰ 32 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਹੈਗਾ DH ਰੋਪੜ ਦੇ ਵਿੱਚ 13 ਕੇਸਿਸ ਜਿਹੜੇ ਹੈਗੇ ਉਹ ਐਡਮਿਟਡ ਨੇ ਤੇ ਉਹ ਇਲਾਜ ਲੈ ਰਹੇ ਨੇ ਆਪਣਾ SDH ਨੰਗਲ ਦੇ ਵਿੱਚ ਜੋ ਇੱਕ L2 ਫੈਸਿਲਿਟੀ ਹੈ ਉਸ ਦੇ ਵਿੱਚ 3 ਕੇਸਿਸ ਨੇ ਗਿਆਨ ਸਾਗਰ ਮੈਡੀਕਲ ਕਾਲਜ ਦੇ ਵਿੱਚ 4 ਕੋਵਿਡ ਕੇਅਰ ਸੈਂਟਰ ਅਨੰਦਪੁਰ ਸਾਹਿਬ ਦੇ ਵਿੱਚ 12 ਤੇ IV ਹਸਪੀਟਲ ਮੋਹਾਲੀ ਦੇ ਵਿੱਚ ਜਿਹੜੀ ਇੱਕ L2 ਪ੍ਰਾਈਵੇਟ ਫੈਸਿਲਿਟੀ ਹੈਗੀ 3 ਗ੍ਰੇਸ਼ਨ ਹਸਪੀਟਲ ਦੇ ਵਿੱਚ 2 ਤੇ ਫੋਰਟਿਸ ਹਸਪੀਟਲ ਮੋਹਾਲੀ ਦੇ ਵਿੱਚ 5 ਤੇ ਪੋਜ਼ਿਟਿਵ ਕੇਸਿਸ ਰਾਜਿੰਦਰ ਹਸਪੀਟਲ ਪਟਿਆਲਾ ਦੇ ਵਿੱਚ 7 ਤੇ ਪਰਮਾਰ ਹਸਪੀਟਲ ਰੋਪੜ ਜੋ ਇੱਕ L1 ਫੈਸਿਲਿਟੀ ਹੈ ਦੇ ਵਿੱਚ 4 ਸੁਹਾਣਾ ਹਸਪੀਟਲ ਮੋਹਾਲੀ ਦੇ ਵਿੱਚ 2 ਰਾਜਾ ਹਸਪੀਟਲ SBS ਨਗਰ ਦੇ ਵਿੱਚ ਇੱਕ ਕੇਸ ਸੁਹਾਣਾ ਹਸਪੀਟਲ ਰੋਪੜ ਦੇ ਵਿੱਚ ਇੱਕ ਕੇਸ ਟੋਟਲ ਹੋਮ ਆਈਸੋਲੇਸ਼ਨ ਦੇ ਵਿੱਚ 169 ਕੇਸ ਨੇ ਟੋਟਲ ਮਿਲਾ ਕੇ ਜਿਹੜਾ ਹੈ ਇਹ 243 ਕੇਸਿਸ ਨੇ ਜਿਹੜੇ ਐਕਟਿਵ ਹੁਣ ਡਿਸਟ੍ਰਿਕਟ ਦੇ ਵਿੱਚ ਹੈਗੇ ਇਸ ਦੇ ਵਿੱਚ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਅੱਜ ਜੇਕਰ ਗੱਲ ਕਰੀਏ ਹੈਜ਼ ਬੀਨ ਅ ਵੈਰੀ ਅਨਫੋਰਚੂਨੇਟ ਡੇ ਫॉर ਅਸ ਪਿੱਛੇ ਕੁਝ ਦਿਨਾਂ ਤੋਂ ਸਾਡੇ ਡੈਥ ਦੇ ਵਿੱਚ ਥੋੜੀ ਸੀ ਲਗਾਮ ਲੱਗੀ ਸੀਗੀ ਤੇ ਅਸੀਂ ਥੋੜਾ ਸਾ ਸੋਚ ਰਹੇ ਸੀਗੇ ਕਿ ਸਥਿਤੀ ਵਧੀਆ ਹੋ ਰਹੀ ਹੈਗੀ ਹੁਣ ਵਾਪਸ ਰਿਕਵਰ ਹੋ ਰਹੀ ਹੈਗੀ ਲੇਕਿਨ ਅੱਜ 4 ਡੈਥਸ ਸਾਡੇ ਰੋਪੜ ਕੇਸਿਸ ਦੇ ਸੰਬੰਧਿਤ ਹੋਏ ਨੇ ਜਿਸ ਦੇ ਵਿੱਚ ਮੇਲ ਇੱਕ ਹੈ 55 ਸਾਲ ਦੇ ਇਹ ਪਟਵਾਰੀ ਸੀਗੇ ਸਾਡੇ ਘਨੌਲੀ ਸਰਕਲ ਦੇ ਵਿੱਚ ਉਹ ਮੰਡੇ ਨੂੰ ਹੀ 7 ਤਾਰੀਖ ਨੂੰ ਹੀ ਪੋਜ਼ਿਟਿਵ ਆਏ ਸੀਗੇ ਤੇ ਡੈਥ ਇਹਨਾਂ ਦੀ GMC ਪਟਿਆਲਾ ਦੇ ਵਿੱਚ ਲੈਵਲ 3 ਫੈਸਿਲਿਟੀ ਦੇ ਵਿੱਚ ਕੱਲ ਰਾਤੀ ਡਿਊ ਟੂ complications and breathlessness का इशू ਸੀਗਾ तो ਇਸ ਕਰਕੇ ਉਹਨਾਂ ਦੀ ਡੈਥ ਹੋ ਗਈ ਹੈਗੀ ਸਾਨੂੰ ਇਸ ਦਾ ਬਹੁਤ ਅਫਸੋਸ ਹੈ ਇਹਨਾਂ ਦੀ ਫੈਮਿਲੀ ਦੇ ਨਾਲ ਸਾਡਾ ਪੂਰਾ ਜਿਹੜੀ ਸਹਿਯੋਗ ਹੈ ਅਸੀਂ ਸਾਂਤਵਨਾ ਉਹਨਾਂ ਦੇ ਨਾਲ ਸ਼ੇਅਰ ਕਰਦੇ ਨੇ ਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜਿਹੜੇ ਵੀ ਕੋਵਿਡ ਡਿਊਟੀ ਦੇ ਦੌਰਾਨ ਕੋਈ ਵੀ ਸਰਕਾਰੀ ਕਰਮਚਾਰੀ ਜੇਕਰ ਕੋਰੋਨਾ ਦੇ ਕਾਰਨ ਜਿਸ ਦੀ ਡੈਥ ਹੁੰਦੀ ਹੈਗੀ ਉਸ ਦੇ ਵਾਸਤੇ 50 ਲੱਖ ਰੁਪਏ ਦੀ ਐਕਸ ਗ੍ਰੈਸ਼ੀਆ ਗ੍ਰਾਂਟ ਜਿਹੜੀ ਹੈ ਸਰਕਾਰ ਵੱਲੋਂ ਆਲਰੇਡੀ ਡਿਕਲੇਅਰ ਕੀਤੀ ਗਈ ਹੈਗੀ ਅਸੀਂ ਇਨ ਪਟਵਾਰੀ ਕੇ ਲਈ ਵੀ ਇਹਨਾਂ ਦੇ ਪਰਿਵਾਰ ਵਾਸਤੇ ਵੀ ਇਹ ਗਵਰਨमेंट ਗ੍ਰਾਂਟ ਜਿਹੜੀ ਹੈਗੀ ਉਹਨਾਂ ਨੂੰ ਐਕਸਟੈਂਡ ਕਰਾਂਗੇ ਅਨਫੋਰਚੂਨੇਟ ਹੈ ਬਿਲਕੁਲ ਬੇਸ਼ੱਕ ਇਸ ਤੋਂ ਉਹ ਵਾਪਸ ਨਹੀਂ ਲਾਏ ਜਾ ਸਕਦੇ ਲੇਕਿਨ ਜੋ ਵੀ ਸਾਡੇ ਤੋਂ ਬਣ ਸਕਦਾ ਹੈਗਾ ਉਹਨਾਂ ਦੇ ਪਰਿਵਾਰ ਵਾਸਤੇ ਅਸੀਂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਇਸ ਤੋਂ ਇਲਾਵਾ ਮੇਲ ਹੈ 48 ਸਾਲ ਦੇ ਰੋਪੜ ਅੰਬੁਜਾ ਕॉलोनी ਦੇ ਇਹ ਮੋਰਬਿਡ ਓਬੇਸਿਟੀ ਦੇ ਸ਼ਿਕਾਰ ਸੀ ਕਿ ਇਨਕਾ ਆਕਸੀਜਨ ਲੈਵਲ ਕਾਫੀ ਘਟ ਗਿਆ ਸੀਗਾ ये DH ਰੋਪੜ ਦੇ ਵਿੱਚ ਉਹਨਾਂ ਦੀ ਅੱਜ ਡੈਥ ਹੋਈ ਹੈਗੀ ਮੇਲ ਹੈਗੀ 76 ਸਾਲ ਦੇ ਭਰਤਗੜ ਦੇ ਕਮਾਨ ਹਸਪੀਟਲ ਚੰਡੀ ਮੰਦਿਰ ਦੇ ਵਿੱਚ ਐਡਮਿਟ ਸੀਗੇ ਉੱਥੇ ਕੰਪਲਿਕੇਸ਼ਨਸ ਕਾਰਨ ਸਾਹ ਲੈਣ ਦੀ ਤਕਲੀਫ ਕਾਰਨ ਇਹਨਾਂ ਦੀ ਅੱਜ ਡੈਥ ਹੋਈ ਹੈਗੀ ਰੋਪੜ ਸਿਟੀ ਦੇ ਹੀ ਇੱਕ 54 ਸਾਲ ਦੇ ਮੇਲ ਹੈਗੇ ਜੋ ਪੈਨਕ੍ਰੀਆਟਿਕਸ ਬਿਮਾਰੀ ਦੇ ਸ਼ਿਕਾਰ ਸੀਗੇ ਤੇ PGI ਦੇ ਵਿੱਚ ਭਰਤੀ ਸੀਗੇ ਤੇ ਅੱਜ ਉਹਨਾਂ ਦੀ ਉੱਥੇ ਡੈਥ ਹੋਈ ਹੈਗੀ ਵਿਚ ਹੈਜ਼ ਬੀਨ ਵੈਰੀ ਅਪਡੇਟ ਜਿਹੜੀ ਹੈਗੀ ਬਹੁਤ ਸਾਨੂੰ ਬਹੁਤ ਦੁੱਖ ਵੀ ਹੈਗਾ ਇਸ ਗੱਲ ਦਾ ਕਿ ਅੱਜ ਸਾਡਾ ਅਨਫੋਰਚੂਨੇਟ ਡੇ ਹੈ ਰੋਪੜ ਦਾ ਲੇਕਿਨ ਇਸੇ ਚੀਜ਼ ਤੋਂ ਇੱਕ ਸਾਨੂੰ ਜੇਕਰ ਅਸੀਂ ਲੈਸਨਸ ਲਈਏ ਇਹਨਾਂ ਦੀ ਡੈਥ ਆਡਿਟਸ ਵਗੈਰਾ ਦੀ ਜਿਹੜੀ ਅਸੀਂ ਕਰਦੇ ਨੇ ਹੁਣ ਜਿਹੜੇ ਕੇਸਿਸ ਆ ਰਹੇ ਨੇ ਜਿਵੇਂ ਆਪ ਸਾਰਿਆਂ ਨੂੰ ਹੀ ਪਤਾ ਹੈਗਾ ਕਿ ਹੁਣ ਹੋਮ ਆਈਸੋਲੇਸ਼ਨ ਦਾ ਮੁੱਦਾ ਸਰਕਾਰ ਵੱਲੋਂ ਵੀ ਬਹੁਤ ਹੀ ਵਾਰ ਤੁਹਾਡੇ ਨਾਲ ਵੀ ਸਾਂਝਾ ਕੀਤਾ ਗਿਆ ਹੈਗਾ ਕਿ ਹੋਮ ਆਈਸੋਲੇਸ਼ਨ ਅਸੀਂ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੁਸੀਂ ਜੇਕਰ ਪੋਜ਼ਿਟਿਵ ਵੀ ਆਉਂਦੇ ਹੋ
ਫਿਰ ਵੀ ਤੁਸੀਂ ਆਪਣੇ ਘਰ ਦੇ ਕੰਫਰਟ ਜ਼ੋਨ ਦੇ ਵਿੱਚ ਹੀ ਰਹੋ। ਜੇਕਰ ਤੁਸੀਂ ਆਈਸੋਲੇਟ ਘਰ ਦੇ ਵਿੱਚ ਹੀ ਹੋ ਸਕਦੇ ਹੋ, ਹੋਮ ਆਈਸੋਲੇਸ਼ਨ ਦੇ ਵਿੱਚ ਤੁਹਾਨੂੰ ਪੂਰੀ ਛੂਟ ਰਹੇਗੀ ਕਿ ਤੁਸੀਂ ਆਪਣੇ ਘਰ ਦੇ ਵਿੱਚ ਹੀ ਰਹੋਗੇ। ਡਾਕਟਰਸ ਤੁਹਾਨੂੰ ਮੋਨੀਟਰ ਕਰਦੇ ਰਹਿਣਗੇ। ਸਾਡੇ ਜਿਹੜੇ कॉल सेंटर की पूरी टीम हैगी वो मॉनिटर कर दी हैगी घट तो घट दिन में 3 बार, जहाँ पे आपके वाइटल्स और आपके ऑक्सीजन लेवल्स वगैरह सारे पूछे जाते हैंगे। फिर भी कुछ लोग गलत प्रचार के कारण ਜਿਹੜੀ गलत अफवाहें फैलाई जा रही हैंगी, इस कारण फिर भी कुछ लोग समय ते अपना टेस्ट कराने नहीं आ रहे, समय ते अपना इलाज कराने वास्ते नहीं आ रहे। इतने पीछे केसेस देखे गए हैंगे कि जिथे डेट ऑफ सैंपलिंग डेट ऑफ डेथ सीगी। इसका मतलब ये है कि उस वेले जद इन्हां दी हालत बहुत ही बिगड़ गई, उस वेले ये L3 ਲੈਵਲ ਦੀ ਫੈਸਿਲਿਟੀ ਦੇ ਵਿੱਚ ਆਏ ਤੇ ਜਦ ਉਹਨਾਂ ਦਾ ਮੌਕੇ ਤੇ ਉੱਥੇ ਟੈਸਟ ਹੋਇਆ ਤੇ ਉਹਨਾਂ ਨੂੰ ਪੋਜ਼ਿਟਿਵ ਪਾਇਆ ਗਿਆ ਤੇ ਹਾਲਤ ਬਹੁਤ ਜ਼ਿਆਦਾ ਵਿਗੜ ਚੁੱਕੀ ਸੀਗੀ ਕਈ ਕੇਸਾਂ ਦੇ ਵਿੱਚ ਕਿ ਉਸ ਤੋਂ ਬਾਅਦ ਡਾਕਟਰਸ ਦੇ ਕੋਲ ਵੀ ਬਹੁਤ ਜ਼ਿਆਦਾ ਇਹਨਾਂ ਨੂੰ ਸੇਵ ਕਰਨ ਦੇ ਵਾਸਤੇ ਟਾਈਮ ਨਹੀਂ ਬਾਕੀ ਸੀਗਾ। ਇਸ ਕਰਕੇ ਜਿਹੜੀ ਅਫਵਾहें है ਹੁਣ ਤੁਸੀਂ ਸਾਰੇ ਦੇਖ ਰਹੇ ਹੋ, ਸਾਰੇ ਲੋग इस चीज़ ਨੂੰ ध्यान से आप समझ भी रहे हैं कि एक सिर्फ ਜਿਹੜੇ ਕੁਝ ਸ਼ਰਾਰਤੀ ਕੁਝ ਗੈਰ ਸਮਾਜਿਕ ਟਾਈਪ ਦੇ ਮੰਤਵ ਵਾਲੇ ਵਿਅਕਤੀ ਨੇ ਉਹਨਾਂ ਦੇ ਵੱਲੋਂ ਫੈਲਾਈ ਜਾ ਰਹੀ ਹੈ ਕਿ ਤੁਸੀਂ ਟੈਸਟ ਨਾ ਕਰਾਓ, ਤੁਸੀਂ ਜੀ ਹੋਮ ਆਈਸੋਲੇਟ ਨਾ ਹੋ, ਤੁਸੀਂ ਪਿੰਡ ਛੋੜ ਕੇ ਭੱਜ ਜਾਓ, ਤੁਸੀਂ ਸਰਕਾਰ ਦਾ ਸਾਥ ਨਾ ਦਿਓ। लेकिन इस चीज़ ਦੇ ਵਿੱਚ सिर्फ और सिर्फ खतरा ही है, सिर्फ डेंजर है, क्योंकि ये चीज़ कहीं सामने नहीं आई किसी भी केस ਦੇ ਵਿੱਚ जिथे जो ये अफवाहें चल रही हैं कि उसदे विच एक भी 1% ਦੇ ਵਿੱਚ भी कहीं सच्चाई नहीं है। जो ये अंग ਦੀ ਗੱਲ ਕਰਦੇ ਨੇ कि अंग निकाल लेने हैं डॉक्टर, मैं आपको विश्वास दिलाना चाहती हूँ कि एक तो पहली गल कि ये चीज़ बिल्कुल भी सिरे तो गलत है। नाल ही जेकर कोई बंदा संक्रमित है, इन्फेक्टेड है, ਉਹਨਾਂ ਦੇ ਪਾਰਟਸ ਕਿਤੇ ਹੋਰ ਕਿਵੇਂ ਲੱਗ ਸਕਦੇ ਹਨ ਜੋ ਕਿਸੇ ਨੂੰ ਅਸੀਂ ਟੱਚ ਵੀ ਨਹੀਂ ਕਰ ਸਕਦੇ, ਉਸ ਵਿਅਕਤੀ ਨੂੰ ਉਹਨਾਂ ਦੇ ਪਾਰਟਸ ਕਿਸੇ ਹੋਰ ਨੂੰ ਕਿਵੇਂ ਡੋਨੇਟ ਹੋ ਸਕਦਾ ਹੈਗਾ। लेकिन फिर भी भोले भाले लोगों का नजायज़ फायदा उठाते हुए कई अंसर इस तरह की बातें फैला रहे हैं ताकि माहौल बिगड़े। सूबे दे विच जिहड़ा अच्छा काम हो रहा सीगा, लोग टेस्टिंग वास्ते आ रहे सीगे, सोशल डिस्टेंसिंग का पालन भी कर रहे सीगे, वो सारी चीज़ें सिरे से खारिज हो जाण ते सूबे दे विच जिहड़ी डेथ रेट हैगी वो बहुत ज़्यादा इस करके ही वध रही हैगी क्योंकि 60 से 70% केसेस दे विच सानू समय तो पता नहीं चलता कि व्यक्ति कोविड पॉजिटिव है या नहीं। इस करके आप सारियां तो मेरी फिर से हाथ जोड़ के बेनती है, अपने आले दुआले अपने परिवार दे अपने आप नू जेकर तुसी सेफ रखना चाहते हो तो जेकर तुहानू कोई भी सिम्टोमैटिक माइन्यूट सा भी लगता हैगा, 2 दिन से ज़्यादा का बुखार, सर्दी, खांसी कुछ भी, आप बिल्कुल सिविल हॉस्पिटल रोपड़ ਦੇ ਵਿੱਚ ਜਾਂ ਨੰਗਲ ਦੇ ਵਿੱਚ ਜਾਂ जहाँ भी सिविल हॉस्पिटल ਤੁਹਾਡਾ ਨੇੜੇ ਪੜਦਾ ਹੈਗਾ ਤੁਸੀਂ ਉੱਥੇ ਜਾ ਕੇ ਜ਼ਰੂਰ ਆਪਣਾ ਸੈਂਪਲ ਦਿਓ, ਟੈਸਟ ਕਰਾਓ ਤਾਂ ਕਿ ਤੁਸੀਂ ਸਮੇਂ रहते ही अपने आप ਨੂੰ ਬਚਾ ਸਕੋ। ਇਹ ਗੱਲ ਵੀ ਠੀਕ ਹੈਗੀ ਕਿ ਜੇਕਰ ਅਗਰ ਗੱਲ ਕਰੀਏ ਤਾਂ 1124 ਕੇਸਿਸ ਦੇ ਵਿੱਚ ਜੋ ਹੁਣ ਤੱਕ ਅੱਜ ਤੱਕ ਪੋਜ਼ਿਟਿਵ ਆਏ ਨੇ ਡਿਸਟ੍ਰਿਕਟ ਦੇ ਵਿੱਚ 842 ਕੇਸਿਸ ਠੀਕ ਹੋ ਕੇ ਆਪਣੇ ਘਰ ਵੀ ਜਾ ਚੁੱਕੇ ਨੇ। तो इस करके बहुत ज़्यादा एक घबराने की लोड़ भी नहीं हैगी क्योंकि 70% से ज़्यादा 75% से ज़्यादा लोग ठीक होके जा रहे हैं घर वापस। तो बाकी ਜਿਹੜੇ पॉजिटिव ਹੁਣ है भी ਸਾਡੇ ਕੋਲ ਜਿਹੜੇ ट्रीटमेंट ले रहे हैं ਉਹਨਾਂ ਦੇ ਵਿੱਚੋਂ भी ज़्यादातर केसेस बहुत ही जल्दी ठीक होके अपने घर वापस लौटेंगे। इस करके आप सारिਆਂ ਨੂੰ एक और अपील भी वापस मैं कर रही हूँ कि प्लीज़ सामने आए, टेस्टिंग कराएं, अपने और अपने परिवार को बचाएं क्योंकि जल्द ही जिवें इस दे विच कह सकते हैं कि जेकर इस बीमारी का तोड़ यही हैगा कि जेकर असीं इस नूं अर्ली डिटेक्ट कर सके तो जिहड़े सिम्पटम्स ने, जेकर किसी व्यक्ति नूं कोई डायबिटिक की, हाइपरटेंशन की, लिवर की, किडनी की कोई भी बीमारी चल रही हैगी जिथे ये बीमारी भयानक रूप ले सकती है, उन्होंने समय ते रहते असीं कुछ ना कुछ इंटरवेंशन दे के उन्हां दी जान बचा सकीए। ਮੈਨੂੰ ਆਸ ਹੈ ਕਿ ਇਸ ਮੈਸੇਜ ਦਾ ਤੁਹਾਨੂੰ ਅਸਰ ਪਏਗਾ ਤੇ ਤੁਸੀਂ ਇਸ ਮੈਸੇਜ ਨੂੰ ਆਪਣੇ ਆਸ-ਪਾਸ ਦੇ ਵਿਅਕਤੀਆਂ ਦੇ ਨਾਲ ਵੀ ਸਾਂਝਾ ਕਰੋਗੇ ਤੇ ਹੋ ਸਕਦਾ ਹੈਗਾ ਤੁਹਾਡੇ ਇਸ ਕਾਰਨ ਤੋਂ ਕਿਸੇ ਨਾ ਕਿਸੇ ਵਿਅਕਤੀ ਦੀ ਅਸੀਂ ਜਾਨ ਬਚਾ ਸਕੀਏ।
ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਆਲਰੇਡੀ ਮੀਡੀਆ ਦੇ ਰਾਹੀਂ ਪੰਜਾਬ ਸਰਕਾਰ ਵੱਲੋਂ भी ये शेयर किया जा चुका है, लेकिन जस्ट फॉर द बेनिफिट, क्योंकि मेरे पास काफ़ी ज़्यादा लोगों का फोन आता है अक्सर वीकेंड ਦੇ इंस्ट्रक्शंस ਨੂੰ लेते हुए पेंडू खेतर वास्ते सैटरडे ਜਾਂ संडे वास्ते कोई भी कर्फ्यू आवर्स नहीं है। मैं रिपीट करना चाहती हूँ, पेंडू खेतर वास्ते कोई भी कर्फ्यू आवर्स वीकेंड दे कोई लागू नहीं है। सिर्फ और सिर्फ नाइट कर्फ्यू आवर्स ने ਜਿਹੜੇ ਆਲਰੇਡੀ ਪੂਰੇ ਹੀ ਸੂਬੇ ਦੇ ਵਿੱਚ ਲਾਗੂ ਹੈ। ਸ਼ਹਿਰੀ ਖੇਤਰ ਵਾਸਤੇ ਹੁਣ ਜੋ ਪਹਿਲੇ ਰਿਸਟ੍ਰਿਕਸ਼ਨ ਸੀਗੀ ਵੀਕਐਂਡ ਕਰਫਿਊ ਦੀ, ਇਸ ਨੂੰ ਘਟਾ ਕੇ ਹੁਣ सैटरडे मंडे से सैटरडे तक 9 बजे तक, रात के 9 बजे तक, सवेरे 5 बजे तो लेके रात के 9 बजे तक कोई भी शॉप, चाहे वो एसेंशियल हो चाहे नॉन एसेंशियल होवे, रिलीजियस प्लेसेस होन, स्पोर्ट कॉम्पलैक्सेस होन, रेस्टोरेंट्स होन, लिकर वेंड्स होन, ਇਹ ਖੁੱਲੇ ਰਹਿ ਸਕਦੇ ਨੇ। ਸਿਰਫ ਨॉन ਐਸੈਂਸ਼ੀਅਲ ਆਈਟਮਸ ਦੀ ਜਿਹੜੀ ਸ਼ਾਪਸ ਹੈਗੀ ਉਹ ਸੰਡੇ ਨੂੰ ਬੰਦ ਰਹਿਣਗੇ ਸਾਰੇ ਸ਼ਹਿਰਾਂ ਦੇ ਵਿੱਚੋਂ। ਬਾਕੀ ਐਸੈਂਸ਼ੀਅਲ ਆਈਟਮ ਦੀ ਸ਼ਾਪਸ, ਰਿਲੀਜੀਅਸ ਪਲੇਸਿਸ, ਜਿਹੜੇ ਧਾਰਮਿਕ ਸਥਾਨ ਹੈਗੇ ਸਾਡੇ ਸਪੋਰਟਸ ਕੰਪਲੈਕਸਸ ਜਿਹੜੇ ਨੇ, ਰੈਸਟੋਰੈਂਟਸ ਨੇ, ਲਿਕਰ ਵੈਂਡਸ ਨੇ, ਇਹ 7 ਦਿਨ ਹਫਤੇ ਦੇ 9 ਵਜੇ ਤੱਕ ਖੁੱਲੇ ਰਹਿ ਸਕਦੇ ਨੇ। ਇਸ ਦੇ ਵਿੱਚ ਇੰਪੋਰਟੈਂਟ ਗੱਲ ਇਹ ਵੀ ਹੈਗੀ ਕਿ ਜਿਹੜੇ ਹੈਲਥ ਕੇਅਰ ਇੰਸਟੀਟਿਊਸ਼ਨਸ ਹਨ, ਜੈਸੇ ਕਿ ਹਸਪੀਟਲ, ਲੈਬ, ਕੋਈ ਡਾਇਗਨੋਸਟਿਕ सेंटर, कोई केमिस्ट शॉप्स, ये हफ्ते ਦੇ 7 ਦਿਨ 24 ਘੰਟੇ ਖੁੱਲਾ ਰੱਖ ਸਕਦੇ ਹੈਗੇ ਆਪਣੇ ਆਪ ਨੂੰ, ताकि ਲੋਕਾਂ ਨੂੰ ਦਵਾਈ ਵਗੈਰਾ ਦੇ ਸੰਬੰਧ ਦੇ ਵਿੱਚ ਬਹੁਤ ਜ਼ਿਆਦਾ ਸਿਹਤ ਸੇਵਾਵਾਂ ਦੇ ਵਿੱਚ ਇਫੈਕਟ ਨਾ ਪਏ। ਨਾਲ ਹੀ ਐਸੈਂਸ਼ੀਅਲ ਸੇਵਾਵਾਂ ਕੀ ਹੁੰਦੀ ਹੈਗੀ, ਬਾਰ-ਬਾਰ ਲੋਕੀ ਮੈਨੂੰ ਪੁੱਛਦੇ ਨੇ, ਮੈਂ ਫਿਰ ਵੀ ਆਪਦੇ ਵਾਸਤੇ ਇਸ ਨੂੰ ਆਈਟਰੇਟ ਕਰਨਾ ਚਾਹੁੰਦੀ ਹਾਂ। ਨਾਲ ਹੀ ਜਿਹੜਾ ਨਾਈਟ ਕਰਫਿਊ ਹੈ ਜੋ ਸ਼ਹਿਰਾਂ ਦੇ ਵਿੱਚ ਲਾਗੂ ਰਹੇਗਾ, ਉਹ ਰਾਤ के 9:30 बजे से सवेरे 5 बजे तक लागू रहेगा, ਤੇ ਇਹ ਹਫਤੇ ਦੇ 7 दिन है। इस करके आप सारे ने बेनती है कि 9:30 बजे से रात में लेके सवेरे 5 बजे तक नाइट कर्फ्यू का पालन किया जाए। ਇਸ ਦੇ ਵਿੱਚ ਸਿਰਫ ਐਸੈਂਸ਼ੀਅਲ ਐਕਟੀਵਿਟੀ, ਜਿਹੜਾ ਨੈਸ਼ਨਲ ਹਾਈਵੇ ਦੇ ਵਿੱਚ ਟਰੈਵਲ ਹੁੰਦਾ ਹੈਗਾ, ਇੰਟਰਸਟੇਟ ਟਰੈਵਲ ਹੈ ਜਾਂ ਲੋਡਿੰਗ ਆਫ ਕਾਰਗੋ ਹੈ ਜਾਂ ਬੱਸ ਜਾਂ ਟ੍ਰੇਨ ਦਾ ਸਫ਼ਰ ਹੈਗਾ ਵਗੈਰਾ, ਇਹ ਸਾਰੀ ਚੀਜ਼ਾਂ ਸ਼ਾਮਿਲ ਰਹਿਣਗੀਆਂ, ਇਹਨਾਂ ਨੂੰ ਐਗਜ਼ੈਂਪਸ਼ਨ ਹੈ। ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਜਿਹੜੀ ਸਿਹਤ ਸੇਵਾਵਾਂ ਦੇ ਨਾਲ, ਖੇਤੀਬਾੜੀ ਦੇ ਸੇਵਾਵਾਂ ਦੇ ਨਾਲ, ਡੇਰੀ ਫਿਸ਼ਰੀ ਐਕਟੀਵਿਟੀ, ਬੈਂਕ, ATM, इंश्योरेंस कंपनीज, ऑनलाइन टीचिंग के संबंध विच, पब्लिक यूटिलिटी, पब्लिक ट्रांसपोर्ट, इंडस्ट्री जिहड़ी हैगी, इंडस्ट्रीयल शिफ्ट्स जिहड़े ने, कंस्ट्रक्शन इंडस्ट्री जिहड़ी है, ते इस नाल ही ऑफिस जिहड़े ने, चाहे भावे वो गवर्नमेंट होए या प्राइवेट होए, दोनों शामिल है। इस करके सारियां दे नाल मैं ये इंस्ट्रक्शंस बड़ी डिटेल दे विच इसलिए शेयर करना चाह रही सी ताकि कोई कन्फ्यूजन ना रहे वीकेंड नूं लेके। एक चीज ध्यान देने वाली है कि हुण भी सरकार वालों जिहड़ा सोशल फंक्शन है, रिलीजियस फंक्शन है, प्रोटेस्ट और डिमॉन्स्ट्रेशन है, इसके ऊपर पूरी तरह से रोक है। शादियां वास्ते 30 बंदियां दे ਲਈ छूट होवेगी, संस्कार वास्ते 20 व्यक्ति शामिल हो सकते ने, ते ये पूरी सख्ती नाल लागू होएगा। कंटेनमेंट जोन दे विच पूरी मैंडेटरी सैंपिंग होएगी। ਜਿਹੜੇ ਜਿਹੜੇ ਵੀ कंटेनमेंट जोन ਸਾਡੇ ਕੋਲ ਬਣੇ ਹੋਏ ਨੇ ਇਸ ਵਕਤ, ਜਿਵੇਂ ਕਿ ਸ਼ਿਵਾਲਿਕਾ ਐਵਨਿਊ ਨੰਗਲ ਦੇ ਵਿੱਚ ਹੈਗਾ ਤੇ ਭਰਤਗੜ੍ਹ ਦੇ ਵਿੱਚ ਹੈ ਕੰਟੇਨਮੈਂਟ ਜ਼ੋਨ, ਇਹ ਲਾਗੂ ਰਹਿਣਗੇ। ਔਰ ਮੈਂਡੇਟਰੀ ਸੈਂਪਿੰਗ ਜਦ ਤੱਕ ਇਹਨਾਂ ਦੀ 100% ਨਹੀਂ ਹੋ ਜਾਂਦੀ ਤਦ ਤੱਕ ਇਹਨਾਂ ਦੇ ਵਿੱਚ ਡੀਲ ਨਹੀਂ ਦਿੱਤੀ ਜਾ ਸਕਦੀ ਹੈਗੀ। ਹਾਲਾਂਕਿ ਜਿਹੜੇ ਇੰਟਰੈਂਸ ਟੈਸਟ ਔਰ ਬੋਰਡ ਐਗਜ਼ਾਮੀਨੇਸ਼ਨਸ ਵਗੈਰਾ ਦੇ ਯੂਨੀਵਰਸਿਟੀ ਦੇ ਐਗਜ਼ਾਮੀਨੇਸ਼ਨਸ ਦੇ ਬੱਚੇ ਨੇ, ਉਹਨਾਂ ਨੂੰ ਇਹ ਪਰਮਿਸ਼ਨ ਮਿਲ ਸਕਦੀ ਹੈਗੀ ਆਪਣੇ SDM ਦਫ਼ਤਰ ਤੋਂ, ਜੇਕਰ ਉਹ ਪਾਸ ਬਣਵਾਉਣਾ ਚਾਹੁੰਦੇ ਉਹ ਕਰ ਸਕਦੇ ਨੇ। ਇਸ ਤੋਂ ਇਲਾਵਾ ਵਹੀਕਲਰ ਮੂਵਮੈਂਟ में 3 ਬੰਦਿਆਂ ਨੂੰ ਹੀ ਇੱਕ 4 ਵੀਲਰ ਦੇ ਵਿੱਚ ਬੈਠਣ ਦੀ ਪ੍ਰਵਾਨਗੀ ਹੋਏਗੀ। ਨਾਲ ਹੀ ਗਵਰਨਮੈਂਟ ਔਰ ਪ੍ਰਾਈਵੇਟ ਆਫਿਸਿਸ ਦੇ ਵਿੱਚ ਕੋਵਿਡ ਮੋਨੀਟਰਸ ਲਗਾਏ ਜਾਣਗੇ, ਜਿਹੜੇ ਇਹ ਕੰਟਰੋਲ ਕਰਨਗੇ ਕਿ ਉਸ ਆਫਿਸ ਦੇ ਵਿੱਚ ਕੋਵਿਡ ਦੇ ਪ੍ਰੀਕਾਸ਼ਨਸ ਫੋਲੋ ਹੋ ਰਹੇ ਨੇ ਕਿ ਨਹੀਂ ਹੋ ਰਹੇ। ਨਾਲ ਹੀ 50% ਤੋਂ ਘੱਟ ਹੀ ਸਟਾਫ ਜੋ ਹੈ ਆਫਿਸ ਦੇ ਵਿੱਚ ਮੌਜੂਦ ਰਹਿ ਸਕਦਾ ਹੈ ਇੱਕ ਸਮੇਂ ਤੇ। ਬਾਕੀ ਸਟਾਫ ਜੇਕਰ ਆਫੀਸ਼ੀਅਲ ਜਾਂ ਫੀਲਡ ਡਿਊਟੀ ਦੇ ਵੀ ਰਹਿੰਦਾ ਹੈਗਾ
तो इसनूं नहीं मानिया तो इसनूं कंसीडर किया जाएगा, लेकिन एक ऑफिस स्पेस ਦੇ ਵਿੱਚ 50% ही स्टाफ एक समय रह सकता है। ये कुछ मुरली चीजें सीगी जो मैं आपके साथ साझा करना चाहती सी। जेकर ਤੁਹਾਨੂੰ कोई भी ਇਸ਼ੂ ਹੈ, ਕੋਈ ਹੈਲਥ ਰਿਲੇਟਡ ਹੈਗਾ, ਤੁਸੀਂ 104 ਤੇ ਮੈਡੀਕਲ ਹੈਲਪਲਾਈਨ ਦੇ ਵਿੱਚ ਡਾਇਲ ਕਰ ਸਕਦੇ ਹੋ। 112 ਤੇ ਤੁਸੀਂ ਹੋਰ ਕਿਸੇ ਵੀ ਸੰਬੰਧ ਦੇ ਵਿੱਚ, ਜਿਵੇਂ ਕਿ ਤੁਸੀਂ ਅਗਰ ਸ਼ੇਅਰ ਕਰਨਾ ਚਾਹੁੰਦੇ ਹੋ ਕੋਈ ਆਪਣਾ ਕੁਆਰੰਟਾਈਨ ਸਟੇਟਸ ਜਾਂ ਫਿਰ ਕਿਸੇ ਹੋਰ ਦੇ ਬਾਹਰ ਆਉਣ ਜਾਣ ਵੇਲੇ ਦਾ ਵੇਰਵਾ, ਤੁਸੀਂ ਉਹ ਸ਼ੇਅਰ ਕਰ ਸਕਦੇ ਹੋ। ਨਾਲ ਹੀ ਆਪਣੀ ਕੁਐਰੀ ਵਾਸਤੇ ਤੁਸੀਂ dc.rpr@punjab.gov.in ਤੇ ਵੀ ਸੰਪਰਕ ਕਰ ਸਕਦੇ ਹੋ। ਤੇ ਇਹ ਅੱਜ ਦੀ ਜਾਣਕਾਰੀ ਸੀਗੀ, ਤੇ ਨਾਲ ਮੈਂ ਆਪਣੇ ਨਾਲ ਫਿਰ ਵਾਪਸ ਅਗਲੇ ਹਫਤੇ ਜਾਣਕਾਰੀ ਸਾਂਝਾ ਕਰਾਂਗੀ ਡਿਸਟ੍ਰਿਕਟ ਦੇ ਕੋਵਿਡ ਹਾਲਾਤਾਂ ਨੂੰ ਲੈ ਕੇ। ਲੇਕਿਨ ਉਸ ਤੋਂ ਪਹਿਲਾਂ ਕੁਝ ਚੀਜ਼ਾਂ, मास्क की वरतों जरूर करिए, सोशल डिस्टेंसिंग का पालन करिए, सैनिटाइजर का इस्तेमाल करिए, और कंटेनमेंट जोन में जेकर आप हैं तो बाहर ना निकलिए। कंटेनमेंट जोन दे विच सैंपलिंग जरूर कराए। ये सैंपलिंग आपकी सेहत के वास्ते, आपकी सेफ्टी वास्ते ये बहुत जरूरी है, तो ये सरकार वालों फ्री कराई जाती हैगी। और जेकर तुसी प्राइवेट लैब तो भी अपना कोई सैंपल वगैरह कराना चाहते हो तो उसके वास्ते भी प्राइस फिक्सेशन गवर्नमेंट वालों की गई हैगी, जिस दे विच 2400 रुपए RT-PCR का हैगा, 700 रुपए एंटीबॉडी RET टेस्टिंग का हैगा, एंटीजन टेस्टिंग का हैगा, ते एंटीबॉडी टेस्टिंग का रेट जिहड़ा हैगा वो 250 रुपए रखा गया हैगा। ते इस मैक्सिमम रेट तो चार्ज करते हुए कोई भी प्राइवेट हॉस्पिटल तो तुसी अपना टेस्ट भी करवा सकते हो। तो आज के लिए इतना ही। थैंक यू सो मच। और अगर जेकर तुहाडा कोई भी अगर इशू है, प्लीज़ सानू मेल करो, सानू लिखो। असी चाहते हैं कि ਤੁਹਾਡੀ ਕਮਿਊਨਿਟੀ ਸਪੋਰਟ ਤੋਂ ਅਸੀਂ ਜਿਹੜੀ ਅਫਵਾਹ ਫੈਲ ਰਹੀ ਹੈਗੀ, ਜਿਹੜੀ ਇਹ ਦੁਸ਼ਪ੍ਰਚਾਰ ਹੋ ਰਿਹਾ ਹੈਗਾ, ਇਸ ਨੂੰ ਰੋਕੀਏ ਤੇ ਨਾਲੇ ਕਿਸੇ ਨਾ ਕਿਸੇ ਜ਼ਿੰਦਗੀ ਨੂੰ ਅਸੀਂ ਰੁਲਣੇ ਤੋਂ ਬਚਾ ਸਕੀਏ। ਅਸੀਂ ਉਹਨਾਂ ਨੂੰ ਸਮੇਂ ਤੇ ਸਿਹਤ ਸੇਵਾਵਾਂ ਜਿਹੜੀ ਹੈਗੀ ਉਸ ਸਮੇਂ ਤੋਂ ਪਹੁੰਚਾ ਸਕੀਏ। ਥੈਂਕ ਯੂ, ਸਤਿ ਸ਼੍ਰੀ ਅਕਾਲ। ਤੇ ਅਗਲੇ ਹਫਤੇ ਫਿਰ 7 ਵਜੇ ਸ਼ਾਮ ਮਿਲਦੇ ਨੇ।